ਅਕਾਲ ਪੁਰਖ ਦੀ ਸਿਫਤ ਸਲਾਹ ਦੇ ਸਾਡੇ ਖਾਸ ਪ੍ਰੋਗਰਾਮ ਏਕ ਓਂਕਾਰ ਦੇ ਵਿੱਚ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਗੁਰੂ ਕੀ ਸਾਜੀ ਨਿਵਾਜੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਸਿਫਤ ਸਲਾਹ ਦਾ ਇਹ ਪ੍ਰੋਗਰਾਮ ਏਕ ਓਂਕਾਰ ਪ੍ਰੋਗਰਾਮ ਦਾ ਇੱਕੋ ਹੀ ਮਕਸਦ ਹੈ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਤੁਰਕੀ ਬਾਣੀ ਦੇ ਅੰਦਰ ਗੁਰੂ ਸਾਹਿਬਾਨਾਂ ਨੇ ਜੋ ਸਾਨੂੰ ਰੱਬੀ ਸੁਨੇਹੇ ਬਖਸ਼ਿਸ਼ ਕੀਤੇ ਨੇ, ਸਹੀ ਜੀਵਨ ਜਾਚ ਦੇ, ਉਹ ਅਸੀਂ ਆਪ ਸਭ ਤੱਕ ਸਹੀ ਅਰਥਾਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਸਤਿਕਾਰਯੋਗ ਮਹਿਮਾਨਾਂ ਦੇ ਜ਼ਰੀਏ। ਇਸ ਦੇ ਨਾਲ ਹੀ ਸਮੇਂ-ਸਮੇਂ ਤੇ ਸਿੱਖ ਸਿਧਾਂਤ, ਸਿੱਖ ਇਤਿਹਾਸ ਦੀ ਮਹਿਮਾ ਕਰਨਾ, ਇਹ ਵੀ ਪ੍ਰੋਗਰਾਮ ਏਕ ਓਂਕਾਰ ਦਾ ਹਿੱਸਾ ਹੈ। ਸੋ ਅੱਜ ਸਾਡੇ ਕੋਲ ਖਾਸ ਤੌਰ ਤੇ ਪਹੁੰਚੇ ਹੋਏ ਨੇ ਭਾਈ ਲਖਵੀਰ ਸਿੰਘ ਜੀ, ਜੋ ਕਿ ਗੁਰਮਤਿ ਪ੍ਰਚਾਰਕ ਨੇ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਧਰਮ ਵਿਚਾਰ ਦੇ ਵਿਸ਼ੇ ਦੀ ਗੱਲ ਕਰ ਲਈਏ ਤਾਂ ਇੱਕ ਵਿਸ਼ਾ ਐਸਾ ਹੈ ਜਿਸ ਦਾ ਖੌ ਦੁਨੀਆ ਦੇ ਵਿੱਚ ਹਰ ਕਿਸੇ ਦੇ ਮਨ ਦੇ ਵਿੱਚ ਹੈ। ਹਰ ਕਿਸੇ ਦੇ ਮਨ ਵਿੱਚ ਹੀ ਕਹਾਂਗੇ, ਕਿਉਂਕਿ ਮੈਂ ਆਪਣੀ ਗੱਲ ਕਰ ਲਵਾਂ ਤਾਂ ਜਦੋਂ ਤੋਂ ਸੁਰਤ ਸੰਭਲੀ ਹੈ ਉਦੋਂ ਤੋਂ ਭੂਤ ਪ੍ਰੇਤਾਂ ਦਾ ਨਾਮ ਸੁਣਦੇ ਆ, ਉਦੋਂ ਤੋਂ ਲੈ ਕੇ ਭੂਤ ਪ੍ਰੇਤਾਂ ਦੀਆਂ ਗੱਲਾਂ ਸੁਣਦੇ ਆਏ ਆ। ਉਸ ਤੋਂ ਬਾਅਦ ਬਚਪਨ ਦੇ ਵਿੱਚ ਬੱਚੇ ਹੁੰਦੇ ਨੇ, ਉਹ ਵੀ ਭੂਤਾਂ ਦੀਆਂ ਗੱਲਾਂ ਕਰਦੇ ਨੇ, ਬੱਚਿਆਂ ਨੂੰ ਡਰਾਇਆ ਜਾਂਦਾ ਹੈ ਭੂਤ ਨੇ ਆ ਜਾਣਾ ਹੈ। ਉਸ ਤੋਂ ਬਾਅਦ ਕਾਲਜਾਂ ਦੇ ਵਿੱਚ ਜਾਓ, ਸਕੂਲਾਂ ਦੇ ਵਿੱਚ ਜਾਓ, ਹੋਸਟਲ ਦੇ ਵਿੱਚ ਅਸੀਂ ਰਹਿੰਦੇ ਹੁੰਦੇ ਸੀ, ਉੱਥੇ ਵੀ ਇੱਕ ਗਰੁੱਪ ਬਣ ਜਾਂਦਾ ਸੀ। ਕਿੰਨਾ ਟਾਈਮ ਬੱਚਿਆਂ ਨੇ ਬੈਠੇ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਕਰਦੇ ਰਹਿਣਾ। ਤੇ ਆਮ ਘਰ ਦੀਆਂ ਇਸਤਰੀਆਂ ਦੀ ਗੱਲ ਕਰ ਲਈਏ, ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਵੀ ਭੂਤਾਂ ਪ੍ਰੇਤਾਂ ਦਾ ਬੜਾ ਖਿਆਲ ਹੁੰਦਾ ਹੈ। ਫਿਰ ਉਸ ਤੋਂ ਬਚਾਉਣ ਲਈ, ਉਸ ਤੋਂ ਉਪਾਅ ਲਈ ਬੜਾ ਕੁਝ ਕੀਤਾ ਜਾਂਦਾ ਹੈ। ਸੋ ਭੂਤ ਪ੍ਰੇਤ ਦੇ ਲਈ ਗੁਰਬਾਣੀ ਕੀ ਕਹਿੰਦੀ ਹੈ, ਔਰ ਭੂਤ ਪ੍ਰੇਤ ਅਸਲ ਵਿੱਚ ਹੁੰਦੇ ਨੇ ਜਾਂ ਨਹੀਂ ਹੁੰਦੇ, ਕੀ ਇਹ ਸਿਰਫ ਮਨ ਦਾ ਵਹਿਮ ਹੈ, ਇਸ ਸਭ ਬਾਰੇ ਅਸੀਂ ਅੱਜ ਵਿਚਾਰ ਕਰਾਂਗੇ, ਜਿਸ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਵੀ ਹੈ। ਸ਼ੁਰੂ ਕਰਦੇ ਹਾਂ ਅੱਜ ਦਾ ਧਰਮ ਵਿਚਾਰ। ਗੁਰਬਾਣੀ ਦੀ ਜੇ ਗੱਲ ਕਰ ਲਈਏ ਤਾਂ ਭਗਤ ਕਬੀਰ ਜੀ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਵਿੱਤਰ ਬਾਣੀ ਦਰਜ ਹੈ, ਉਹ ਕਹਿੰਦੇ ਨੇ, ਕਬੀਰ ਜਾਂ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ, ਤੇ ਘਰ ਮਰ ਹਟ ਸਾਰਖੇ ਭੂਤ ਵਸੈ ਤਿਨ ਮਾਹੇ। ਇਸ ਤੁਕ ਦੇ ਜੇ ਅਸੀਂ ਅਰਥ ਸਮਝ ਲਈਏ ਤਾਂ ਬਹੁਤ ਕੁਝ ਕਲੀਅਰ ਹੋ ਜਾਂਦਾ ਹੈ। ਸੋ ਭਾਈ ਸਾਹਿਬ, ਇਸ ਵਿਸ਼ੇ ਤੇ ਵਿਚਾਰ ਸ਼ੁਰੂ ਕਰਦੀ ਹੈ ਤਾਂ ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਕਿ ਭੂਤ ਪ੍ਰੇਤ ਦਾ ਅਰਥ ਕੀ ਹੈ, ਇਹਨਾਂ ਸ਼ਬਦਾਂ ਦਾ ਅਰਥ ਕੀ ਹੈ? ਜੀ ਬਿਲਕੁਲ ਜੀ, ਭੂਤ ਸ਼ਬਦ ਗੁਰਬਾਣੀ ਵਿੱਚ ਕਈ ਅਰਥਾਂ ਕਰਕੇ ਵਰਤਿਆ ਗਿਆ ਜੀ। ਇੱਕ ਤੇ ਆਪਾਂ ਪੜ੍ਹਦੇ ਹਾਂ ਭੂਤ ਕਾਲ, ਜੀ ਮੀਨਸ ਪਾਸਟ ਦਾ ਟਾਈਮ, ਬਿਲਕੁਲ ਫਿਊਚਰ ਆਉਣ ਵਾਲਾ, ਪ੍ਰੈਜ਼ੈਂਟ ਚੱਲ ਰਿਹਾ ਹੈ। ਇੱਕ ਅਸੀਂ ਸ਼ਬਦ ਪੜ੍ਹਦੇ ਹਾਂ ਪੰਜ ਭੂਤ ਆਤਮ ਮੈਂ ਵਸੈ ਜੀ। ਇਹ ਪੰਜ ਭੌਤਿਕ ਸਰੀਰ ਦੀ ਗੱਲ ਕੀਤੀ ਗਈ, ਇੱਕ ਭੂਤ ਕਾਲ ਦੀ, ਇੱਕ ਪੰਜ ਭੌਤਿਕ ਸਰੀਰ ਦੀ ਜੀ, ਤੇ ਇੱਕ ਸੁਖਮਨੀ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਸਰਬ ਭੂਤ ਆਪ ਵਰਤਾਰਾ। ਨਾਲ ਹੀ ਬੇਨਤੀ ਕਰਨਾ ਚਾਹਾਂਗਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਮਨਾਈ ਜਾਣੀ ਹੈ। ਉਹਨਾਂ ਦੇ ਸਮਰਪਿਤ ਗੁਰੂ ਕੀ ਪਿਆਰੀਆਂ ਸੰਗਤਾਂ, ਲਾਡਲੀ ਸੰਗਤਾਂ ਸੁਖਮਨੀ ਸਾਹਿਬ ਦੇ ਪਾਠ ਕਰ ਰਹੇ। ਕਈ ਸਾਲਾਂ ਤੋਂ ਇਹ ਉਪਰਾਲਾ ਹੈ। ਕਈ ਗੁਰਮੁਖਾਂ ਦੇ ਉੱਤੇ ਤੇ ਏਡੀ ਵੱਡੀ ਬਖਸ਼ਿਸ਼ ਹੈ ਕਿ ਉਹ ਸੁਖਮਨੀ ਸਾਹਿਬ ਪਾਠ ਆਰੰਭ ਕਰਦੇ ਨੇ ਤੇ ਕੰਠ ਹੈ ਉਹਨਾਂ ਨੂੰ ਇੰਨਾ, ਅਖੀਰ ਤੱਕ ਉਹ ਗੁਰਬਾਣੀ ਦਾ ਪਾਠ ਕਰ ਲੈਂਦੇ ਹਨ ਜੀ। ਉਹ ਸਰੀਰ, ਉਹ ਗੁਰੂ ਕੇ ਪਿਆਰੇ ਬੜੇ ਭਾਗਾਂ ਵਾਲੇ ਨੇ। ਪਰ ਦਾਸ ਅਕਸਰ ਬੇਨਤੀ ਕਰਦਾ ਹੈ ਕਿ ਸਾਨੂੰ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੁਖਮਨੀ ਸਾਹਿਬ ਅਸੀਂ ਪੜ੍ਹ ਕੇ ਯਾਦ ਕਰ ਲਿੱਤਾ ਤੇ ਹੁਣ ਅਸੀਂ ਥੋੜ੍ਹਾ ਜਿਹਾ ਅਰਥਾਂ ਵਾਲੇ ਪਾਸੇ ਵੀ ਜਾਈਏ। ਕੋਈ ਵੱਡੀ ਮੁਸ਼ਕਿਲ ਗੱਲ ਨਹੀਂ ਸਾਡੇ ਲਈ ਜੀ। ਤੇ ਕਈਆਂ ਦਾ ਸਵਾਲ ਇਹ ਵੀ ਹੁੰਦਾ ਹੈ ਕਿ ਜਦੋਂ ਸਾਨੂੰ ਅਰਥ ਹੀ ਨਹੀਂ ਪਤਾ ਤੇ ਅਸੀਂ ਪਾਠ ਕਿਉਂ ਕਰੀਏ। ਹੁਣ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਯਾਦ ਹੋ ਗਈ ਜਾਂ ਸੁਖਮਨੀ ਸਾਹਿਬ ਕਰਦੇ ਨੇ, ਉਹ ਅਰਥ ਪੜ੍ਹਨਗੇ ਨਾ ਜੀ ਤੇ ਬੜੀ ਜਲਦੀ ਅਰਥਾਂ ਨੂੰ ਸਮਝ ਲੈਣਗੇ। ਤਾਂ ਪਹਿਲਾ ਸਟੈਪ ਹੈ ਜਿਹੜਾ ਸਾਡਾ ਪਾਠ ਕਰਨਾ, ਤੇ ਫਿਰ ਨਾਲ ਆਪਾਂ ਨੇ ਅਰਥਾਂ ਦੀ ਵਿਚਾਰ ਕਰਨੀ ਜੀ। ਤਾਂ ਜਿਹੜੀ ਪੰਕਤੀ ਹੈ ਸਰਬ ਭੂਤ ਆਪ ਵਰਤਾਰਾ, ਹੁਣ ਜਿਨ੍ਹਾਂ ਨੇ ਅਰਥ ਨਹੀਂ ਪੜ੍ਹੇ ਉਹ ਕਹਿ ਦੇਣਗੇ ਕਿ ਗੁਰਬਾਣੀ ਵਿੱਚ ਭੂਤਾਂ ਦੀ ਗੱਲ ਹੈਗੀ ਆ, ਪਰ ਪੂਰੇ ਅਰਥ ਪੜ੍ਹਨੇ ਤੇ ਸਾਡੇ ਬਣਦੇ ਨੇ ਨਾ। ਸਿਰਫ ਇੱਕ ਵਰਡ ਆ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦਾ ਅਸਲ ਮਕਸਦ ਕੀ ਹੈ। ਅਰਥ ਪੂਰੀ ਬਾਣੀ ਦੀ ਪੰਕਤੀ ਦੇ ਪੜ੍ਹਿਆ ਫਿਰ ਸਾਨੂੰ ਸਮਝ ਆਵੇਗੀ। ਹੁਣ ਸਰਬ ਭੂਤ ਆਪ ਵਰਤਾਰਾ, ਗੁਰੂ ਅਰਜਨ ਸਾਹਿਬ, ਜੇ ਅਸੀਂ ਅਰਥ ਨਾ ਪੜ੍ਹੀਏ, ਆਮ ਕਰਕੇ ਆਪਣੀ ਸੋਚ ਵਿੱਚੋਂ ਅਸੀਂ ਅਰਥ ਪੈਦਾ ਕਰੀਏ ਕਿ ਸਾਰਿਆਂ ਸਰੀਰਾਂ ਵਿੱਚ ਭੂਤ ਆਪ ਵਸ ਰਿਹਾ ਹੈ ਜੀ ਜੀ। ਸਰਬ ਭੂਤ ਆਪ ਵਰਤਾਰਾ, ਕਿ ਰੱਬ ਦੇ ਨਾਮ ਨੂੰ ਜਪਣ ਵਾਲੇ, ਗੁਰਬਾਣੀ ਸਟੱਡੀ ਕਰਨ ਵਾਲੇ, ਸਿਧਾਂਤ ਸਿੱਖਣ ਵਾਲੇ, ਉਹਨਾਂ ਵਿੱਚ ਵੀ ਭੂਤ ਵਸ ਰਿਹਾ।
ਉਹ ਵੀ ਬਾਵਰੇ ਹੋਏ ਫਿਰਦੇ ਨੇ? ਨਹੀਂ, ਇੱਥੇ ਭੂਤ ਸ਼ਬਦ ਰੱਬ ਜੀ ਵਾਸਤੇ ਵਰਤਿਆ ਗਿਆ। ਇੱਕ ਸ਼ਬਦ ਭੂਤ ਕਾਲ, ਇੱਕ ਸ਼ਬਦ ਪੰਜ ਭੂਤ ਆਤਮ ਮੈਂ ਬਸੈ, ਇੱਕ ਸ਼ਬਦ ਸਰਬ ਭੂਤ ਆਪ ਵਰਤਾਰਾ, ਕਿ ਸਾਰਿਆਂ ਦੇ ਵਿੱਚ ਰੱਬ ਜੀ ਦੀ ਹੋਂਦ ਮੌਜੂਦ ਹੈ। ਇਸ ਭੂਤ ਤੋਂ, ਰੱਬ ਜੀ ਦੀ ਹੋਂਦ ਤੋਂ ਅਸੀਂ ਡਰਨਾ ਹੈ ਕਿ ਉਹ ਰੱਬ ਹਾਜ਼ਰ ਹੈ, ਇਹ ਡਰਨਾ ਹੈ। ਤੇ ਅਸੀਂ ਡਰ ਕਿਸ ਤੋਂ ਰਹੇ ਹਾਂ? ਜਿਹੜੇ ਕਿ ਕਲਪਨਿਤ ਖਿਆਲ ਵਿੱਚੋਂ ਫੁਰਨਾ ਪੈਦਾ ਹੋਇਆ ਜਾਂ ਆਮ ਕਰਕੇ ਪ੍ਰਚਲਿਤ ਹੈ, ਜਿਹਦੇ ਬਾਰੇ ਕਬੀਰ ਸਾਹਿਬ ਜੀ ਨੇ ਗੱਲ ਕੀਤੀ। ਹੁਣ ਅਸੀਂ ਖਿਆਲ ਕਰ ਸਕਦੇ ਹਾਂ ਜੀ ਕਿ ਅੱਜ ਮਨੁੱਖ ਦੀ ਸੋਚ ਸਾਇੰਸ ਦੀ ਖੋਜ ਬੜੀ ਅੱਗੇ ਤੱਕ ਪਹੁੰਚ ਚੁੱਕੀ ਹੈ ਜੀ। ਤੇ ਕਬੀਰ ਸਾਹਿਬ ਜੀ ਦੇ ਸਮੇਂ, ਅੱਜ ਭੂਤਾਂ ਦੀ ਗੱਲ ਹੋ ਰਹੀ ਹੈ, ਤੇ ਕਬੀਰ ਸਾਹਿਬ ਜੀ ਦੇ ਸਮੇਂ ਤੇ ਬਹੁਤ ਵੱਡੀ ਪ੍ਰਚਲਿਤ ਗੱਲ ਹੋਣੀ ਜੀ। ਲੋਕਾਂ ਦੀ ਉਸ ਟਾਈਮ ਜਿਹੜੀ ਖਿਆਲ ਹੈ ਉਹ ਇੱਕ ਦਾਇਰੇ ਵਿੱਚ ਹੈ, ਵਿਕਾਸ ਨਹੀਂ ਹੋਇਆ। ਤੇ ਕਬੀਰ ਸਾਹਿਬ ਨੇ ਰੱਬ ਜੀ ਨਾਲ ਸੁਰਤ ਜੋੜ ਕੇ, ਗਿਆਨ ਨੂੰ ਪੜ੍ਹ ਕੇ, ਸਟੱਡੀ ਕਰਕੇ, ਕਬੀਰ ਸਾਹਿਬ ਜੀ ਨੇ ਇਹ ਨਾਲ ਸਟੱਡੀ ਕਰਕੇ ਸ਼ਬਦ ਤਾਂ ਵਰਤਿਆ ਜਾਂਦਾ ਹੈ। ਕਈ ਆਖਦੇ ਨੇ, ਕਈ ਲਿਖਤਾਂ ਨੇ ਵੀ ਲਿਖ ਦਿੱਤਾ ਕਿ ਕਬੀਰ ਸਾਹਿਬ ਅਨਪੜ੍ਹ ਸਨ। ਬਿਲਕੁਲ ਵੀ ਨਹੀਂ। ਕਬੀਰ ਸਾਹਿਬ ਜੀ ਨੇ ਧਾਰਮਿਕ ਗ੍ਰੰਥਾਂ ਦੀ ਪੂਰੀ ਸਟੱਡੀ ਕੀਤੀ ਹੈ। ਉਹਨਾਂ ਨੇ ਤਾਂ ਹੀ ਤੇ ਆਖਿਆ ਕਿ ਵੇਦ ਕੀ ਪੁੱਤਰੀ ਸਿਮਰਤ ਭਾਈ, ਵੇਦਾਂ ਬਾਰੇ, ਸਿਮਰਤੀਆਂ ਬਾਰੇ, ਹੋਰ ਗ੍ਰੰਥਾਂ ਬਾਰੇ ਵਿਚਾਰ ਤਾਂ ਹੀ ਲਿਖੀ ਜਾ ਸਕਦੀ ਹੈ ਜੇਕਰ ਉਹਨਾਂ ਦੀ ਸਟੱਡੀ ਕੀਤੀ ਹੈ ਕਿ ਉਹਨਾਂ ਵਿੱਚ ਕੀ ਗੱਲ ਲਿਖੀ ਹੋਈ ਹੈ। ਤੇ ਸਤਿਗੁਰੂ ਨੇ ਤੇ ਫਿਰ ਫੈਸਲਾ ਦੇ ਦਿੱਤਾ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਹੋਣਾ ਹੈ। ਤਾਂ ਕਬੀਰ ਸਾਹਿਬ ਨੇ ਆਪਣੇ ਸਮੇਂ ਵਿੱਚ ਬਹੁਤ ਵੱਡੀ ਸਟੱਡੀ ਕੀਤੀ ਹੈ। ਉਹਨਾਂ ਨੇ ਸਟੱਡੀ ਕਰਕੇ ਸੁਰਤ ਦਾ ਵਿਕਾਸ ਕੀਤਾ। ਉਸ ਸਮੇਂ ਲੋਕਾਂ ਨੇ ਭੂਤਾਂ ਦਾ ਰੌਲਾ ਪਾਇਆ ਹੋਇਆ ਸੀ। ਕਬੀਰ ਸਾਹਿਬ ਆਖਦੇ ਨੇ ਮੈਂ ਵੀ ਭੂਤ ਨੂੰ ਮੰਨਦਾ ਹਾਂ। ਇਹ ਨਹੀਂ ਕਿ ਭੂਤ ਨਹੀਂ ਹੈ, ਮੈਂ ਭੂਤ ਮੰਨਦਾ, ਪਰ ਉਹ ਭੂਤ ਕਿਹੜਾ ਏ? ਕਬੀਰ ਜਾ ਘਰ ਸਾਧਨਾ ਸੇਵੀਏ। ਸਾਧ ਦਾ ਭਾਵ ਅਰਥ ਹੁੰਦਾ ਹੈ ਭਲੇ ਲੋਕ ਜੀ। ਸੌਖਾ ਕਰਕੇ ਅਸੀਂ ਸਮਝ ਲਈਏ ਮਨ ਨੂੰ ਸਾਧਨ ਵਾਲੇ ਲੋਕ। ਆਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਜਿਹਨੇ ਮਨ ਜੀਤਿਆ ਜਗਜੀਤ ਕਰ ਲਿਆ, ਉਹ ਸਾਧ ਲੋਕ। ਕਈ ਵਾਰੀ ਅਸੀਂ ਸਾਧ ਜਾਂ ਸਾਧੂ ਸ਼ਬਦ ਪੜ੍ਹਦੇ ਹੋਏ ਜਿਹੜੇ ਅਖੋਤੀ, ਜਟਾਧਾਰੀ, ਭੇਖਧਾਰੀ, ਸਾਧ ਲਾਣਾ, ਉਧਰ ਨੂੰ ਸੁਰਤ ਵਿੱਚ ਬਿਠਾ ਲੈਂਦੇ ਆ। ਉਹਨਾਂ ਦੀ ਗੱਲ ਨਹੀਂ ਕੀਤੀ ਗਈ। ਸਾਧ ਸੰਗਤ, ਗੁਰੂ ਦੀ ਸੰਗਤ, ਚੰਗੀਆਂ ਵਿਚਾਰਾਂ ਦੀ ਸੰਗਤ, ਗੁਰੂ ਦੇ ਗਿਆਨ ਦੀ ਸੰਗਤ। ਜਾ ਕਰ ਸਾਧਨਾ ਸੇਵੀਏ, ਜਿਹੜੇ ਘਰ ਵਿੱਚ ਚੰਗੇ ਲੋਕਾਂ ਦੇ ਨਾਲ ਵਿਚਾਰ ਨਹੀਂ ਕੀਤੀ ਜਾਂਦੀ। ਅਸੀਂ ਇੰਜ ਅਰਥ ਕਰ ਲਈਏ, ਜਿੱਥੇ ਚੰਗੇ ਲੋਕ ਆਪਣੇ ਗਿਆਨ ਨੂੰ ਪ੍ਰਾਪਤ ਕਰਕੇ ਜੀਵਨ ਨੂੰ ਨਹੀਂ ਵਧੀਆ ਕਰਦੇ, ਹਰ ਕੀ ਸੇਵਾ ਨਾਹੀਂ, ਰੱਬ ਜੀ ਦੇ ਭਜਨ ਬੰਦਗੀ ਨਹੀਂ ਕੀਤੀ ਜਾਂਦੀ ਜੀ। ਉਸ ਅਕਾਲ ਪੁਰਖ ਦੀ ਹੋਂਦ ਨੂੰ ਮੰਨਿਆ ਨਹੀਂ ਜਾਂਦਾ, ਉਹਦੇ ਗੁਣਾਂ ਨੂੰ ਆਪਣੇ ਵਿੱਚ ਨਹੀਂ ਵਸਾਇਆ ਜਾਂਦਾ। ਕਬੀਰ ਸਾਹਿਬ ਆਖਦੇ ਨੇ ਮੈਂ ਭੂਤ ਮੰਨਦਾ। ਕਿਹੜੇ ਭੂਤ? ਤੇ ਘਰ ਮਰਹਟ ਸਾਰਖੇ। ਮਰਹਟ ਦਾ ਭਾਵ ਅਰਥ ਹੁੰਦਾ ਸ਼ਮਸ਼ਾਨ ਭੂਮੀ ਜੀ। ਮੰਨੋ ਉਹ ਘਰ ਜਿਹੜੇ ਨੇ ਸ਼ਮਸ਼ਾਨ ਭੂਮੀ ਮਾਗ ਨੇ। ਤੇ ਤੈ ਘਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹੇ। ਉਹਨਾਂ ਵਿੱਚ ਵਸਣ ਵਾਲੇ ਜਿਹੜੇ ਜੀ ਨੇ, ਪਰਿਵਾਰ ਦੇ ਮੈਂਬਰ ਨੇ, ਉਹ ਭੂਤਾਂ ਦੇ ਨਿਆਈ ਨੇ। ਜਿਹੜੇ ਧਰਮ ਦੀ ਗੱਲ ਨਹੀਂ ਕਰ ਰਹੇ, ਸੇਵਾ ਦੀ ਗੱਲ ਨਹੀਂ ਕਰ ਰਹੇ, ਸੁਰਤ ਦੇ ਵਿਕਾਸ ਦੀ ਗੱਲ ਨਹੀਂ ਕਰ ਰਹੇ। ਪਰਿਵਾਰਾਂ ਨੇ ਭੂਤਾਂ ਦੀ ਗੱਲ ਕੀਤੀ ਹੈ। ਪਰਿਵਾਰਾਂ ਨੇ ਭੂਤਾਂ ਦੀ ਗੱਲ ਕੀਤੀ ਹੈ। ਕਿਹੜਾ ਭੂਤ? ਆਮ ਕਰਕੇ ਜਿਹੜਾ ਘਰ ਦੇ ਬਾਹਰ ਟੰਗਿਆ ਜਾਂਦਾ ਹੈ। ਜਦੋਂ ਕੋਈ ਮਕਾਨ ਬਣਾ ਲੈਂਦਾ ਹੈ ਤੇ ਫਿਰ ਉਹ ਆਪਣੇ ਧੀਆਂ ਪੁੱਤਰਾਂ ਨੂੰ ਜਾਂ ਹੋਰ ਪਰਿਵਾਰ ਦੇ ਮੈਂਬਰਾਂ ਨੂੰ ਕਹਿੰਦੇ ਨੇ ਕਿ ਇੱਕ ਮੂੰਹ ਜਿਹਾ ਲਿਆਇਆ ਅਸੀਂ, ਅੱਖਾਂ ਡਰਾਵਣੀਆਂ, ਲੰਬਾ ਨੱਕ, ਤੇ ਇੱਕ ਧਾਗਾ ਬੰਨ੍ਹ ਕੇ, ਕੋਈ ਡੋਰ ਬੰਨ੍ਹ ਕੇ, ਕੋਈ ਹੋਰ ਚੀਜ਼ ਬੰਨ੍ਹ ਕੇ ਉਹਨੂੰ ਗਰਿੱਲਾਂ ਤੇ ਟੰਗਿਆ ਜਾਂਦਾ ਹੈ ਤੇ ਉਹਨੂੰ ਆਮ ਕਰਕੇ ਕਿਹਾ ਜਾਂਦਾ ਹੈ ਕਿ ਇਹ ਜੇ ਘਰ ਵਿੱਚ ਲਾ ਲਈਏ ਤੇ ਨਜ਼ਰ ਨਹੀਂ ਲੱਗਦੀ ਜੀ। ਆਮ ਲੋਕਾਂ ਦੇ ਮਨਾਂ ਵਿੱਚ ਪ੍ਰਚਲਿਤ ਹੈ। ਇੱਕ ਵਹਿਮ ਹੈ, ਇੱਕ ਵਹਿਮ ਹੈ, ਬਹੁਤ ਵੱਡਾ ਵਹਿਮ ਹੈ ਇਹ। ਤੇ ਹੁਣ ਇਹਦਾ ਕਾਰਨ ਕੀ ਬਣਿਆ? ਕਾਰਨ ਇਹ ਬਣਿਆ ਕਿ ਅਸੀਂ ਮਨਮੁਖ ਬਣ ਗਏ। ਗੁਰੂ ਸਾਹਿਬ ਜੀ ਨੇ ਫੈਸਲਾ ਦਿੱਤਾ ਕਿ ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ ਜੀ। ਅਸੀਂ ਲੋਕਾਂ ਦੀਆਂ ਵਹਿਮ ਭਰਮਾਂ ਵਾਲੀ ਗੱਲ ਨੂੰ ਕਾਪੀ ਕਰਕੇ, ਪੇਸਟ ਕਰਕੇ ਘਰ ਵਿੱਚ ਲਾਗੂ ਕਰ ਲਈ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਨੂੰ ਅਸੀਂ ਕਾਪੀ ਕੋਈ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਨਾਲ ਅਸੀਂ ਜੁੜੇ ਕੋਈ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਨਾਲ ਜੁੜੇ ਹੁੰਦੇ ਫਿਰ ਆਪ ਸੰਗਤਾਂ ਦੇ ਨਾਲ ਸੁਖਮਨੀ ਸਾਹਿਬ ਜੀ ਦੀ ਪੰਕਤੀ ਸਾਂਝੀ ਕਰਾਂਗਾ, ਕਿਉਂਕਿ ਅੱਜ ਦੇ ਸਮੇਂ ਵਿੱਚ ਸੁਖਮਨੀ ਸਾਹਿਬ ਬਾਣੀ ਪੜ੍ਹੀ ਜਾ ਰਹੀ ਹੈ, ਬਹੁਤ ਜ਼ਿਆਦਾ ਪੜ੍ਹੀ ਜਾ ਰਹੀ ਹੈ। ਅਸੀਂ ਅਰਥ ਵੀ ਪੜ੍ਹਨੇ ਨੇ। ਗੁਰੂ ਸਾਹਿਬ ਨੇ ਆਖਿਆ ਜੇ ਗੁਰੂ ਕਾ ਪਿਆਰਾ, ਰੱਬ ਦੀ ਬੰਦਗੀ ਕਰਨ ਵਾਲਾ ਪਿਆਰਾ, ਗੁਰੂ ਦੇ ਗਿਆਨ ਨਾਲ ਜੁੜਨ ਵਾਲਾ ਪਿਆਰਾ, ਉਹਨੇ ਘਰ ਨੂੰ ਉਸਾਰਿਆ, ਇਮਾਰਤ ਖੜੀ ਕੀਤੀ ਤੇ ਉਹਨੇ ਸ਼ੁਕਰਾਨਾ ਕਰਨਾ ਹੈ। ਜਿਹ ਪ੍ਰਸਾਦ
ਬਸੈ ਸੁਖ ਮੰਦਰ ਜੀ, ਜਿਹਦੀ ਕਿਰਪਾ ਦੇ ਨਾਲ ਸਾਨੂੰ ਘਰ ਪ੍ਰਾਪਤ ਹੋਇਆ। ਗੁਰਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਬਾਹਰ ਕਾਲਾ ਮੂੰਹ ਟੰਗ ਲੈਣਾ, ਅੱਖਾਂ ਡਰਾਵਣੀਆਂ ਵਾਲਾ, ਜਿਹਦੀ ਜੀਭ ਲਟਕੀ ਹੋਈ ਹੈ, ਇਹ ਕਿਤੇ ਨਹੀਂ ਲਿਖਿਆ। ਹੋਰਾਂ ਨੇ ਲਿਖਿਆ ਹੋਵੇ, ਹੋਰਾਂ ਦੀ ਗੱਲ ਹੋਵੇ, ਅਸੀਂ ਤੇ ਗੁਰੂ ਦੀ ਗੱਲ ਮੰਨਣੀ ਹੈ ਨਾ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਖੁਦ ਫੈਸਲਾ ਦਿੱਤਾ। ਗੁਰੂ ਸਾਹਿਬ ਆਖਦੇ ਨੇ ਜੇ ਘਰ ਸਾਧਨਾ ਸੇਵੀਏ, ਅਸੀਂ ਕਿਹੜੇ ਭੂਤਾਂ ਨਾਲ ਜੁੜੇ ਆ। ਸਾਹਿਬ ਜੀ ਨੇ ਆਖਿਆ ਕਿ ਜਿਹ ਪ੍ਰਸਾਦ ਬਸੈ ਸੁਖ ਮੰਦਰ, ਅਸੀਂ ਕੀ ਕਰਨਾ ਹੈ, ਤਿਸੈ ਧਿਆਏ ਸਦਾ ਮਨ ਅੰਦਰ। ਉਸ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜੁੜਨਾ ਹੈ, ਉਹਦਾ ਸ਼ੁਕਰਾਨਾ ਕਰਨਾ। ਇਹ ਅਸੀਂ ਆਪਣੀ ਜ਼ਿੰਦਗੀ 'ਚ ਵਿਚਾਰ ਕਰਨੀ ਹੈ। ਤੋਂ ਜਿਹੜਾ ਭੂਤ ਸ਼ਬਦ ਆਇਆ, ਕਬੀਰ ਸਾਹਿਬ ਆਖਦੇ ਨੇ ਅਸਲ ਵਿੱਚ ਤੇ ਮਨੁੱਖ ਜਿਉਂਦਾ ਜਾਗਦਾ, ਜਿਹੜਾ ਰੱਬ ਜੀ ਦੇ ਨਾਮ ਤੋਂ ਮੁਨਕਰ ਹੋ ਗਿਆ, ਜਿਹੜਾ ਗਿਆਨ ਨੂੰ ਵਿਸਾਰ ਕੇ ਆਪਣੀ ਜ਼ਿੰਦਗੀ ਜੀ ਰਿਹਾ ਹੈ, ਉਹ ਇੱਕ ਭੂਤ ਹੈ। ਬਿਲਕੁਲ ਬਿਲਕੁਲ, ਕਿਉਂਕਿ ਜਿਸ ਦੇ ਅੰਦਰ ਗੁਣ ਨਹੀਂ ਹੈਗੇ, ਅਕਾਲ ਪੁਰਖ ਨੂੰ ਮੰਨਣ ਦੀ ਬੁੱਧੀ ਨਹੀਂ ਹੈਗੀ, ਉਹਦੇ ਅੰਦਰ ਆਟੋਮੈਟਿਕਲੀ ਵਿਕਾਰ ਆ ਜਾਣਗੇ ਤੇ ਵਿਕਾਰਾਂ ਨਾਲ ਗ੍ਰਸਿਆ ਜਿਹੜਾ ਬੰਦਾ ਉਹ ਭੂਤ ਦਾ ਹੀ ਇੱਕ ਪਰਛਾਵਾਂ। ਸੋ ਭਾਈ ਸਾਹਿਬ, ਗੁਰਬਾਣੀ ਦੀ ਅਸੀਂ ਗੱਲ ਕੀਤੀ ਹੈ ਕਿ ਗੁਰਬਾਣੀ ਦੇ ਵਿੱਚ ਭੂਤ ਕਿਹਨੂੰ ਕਿਹਾ ਗਿਆ, ਪਰ ਜੇ ਦੁਨਿਆਵੀ ਪੱਧਰ ਤੇ ਗੱਲ ਕਰੀਏ, ਲੋਕਾਂ ਦੇ ਵਿੱਚ ਜੇ ਉਹ ਖਿਆਲ ਹੈਗਾ ਮਨ ਦੇ ਵਿੱਚ ਭੂਤਾਂ ਪ੍ਰੇਤਾਂ ਦਾ, ਇਹਦੀ ਉਪਜ ਕਦੋਂ ਹੋਈ ਦੁਨੀਆ ਦੇ ਵਿੱਚ, ਇਹ ਕਿੱਥੋਂ ਇਹ ਜਿਹੜਾ ਵਹਿਮ ਹੈ ਸ਼ੁਰੂ ਹੋਇਆ? ਜੀ ਬਿਲਕੁਲ ਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਜਦੋਂ ਮਨੁੱਖ ਦੀ ਸੋਚ ਤੇ ਕੰਮ ਕਰਦੀ ਹੈ ਜੀ, ਉਸ ਸੋਚ ਨੂੰ ਅੱਗੇ ਵਧਾਉਣ ਦੇ ਲਈ ਉਸ ਕੋਲ ਕੋਈ ਸਾਧਨ ਨਹੀਂ ਹੁੰਦਾ। ਜੀ ਜੀ, ਹੁਣ ਸਾਡੇ ਕੋਲ ਸਾਧਨ ਨੇ, ਕਿਤੇ ਪਹੁੰਚਣ ਦੇ ਲਈ ਬਹੁਤ ਸੌਖਾ ਸਾਧਨ ਹੈ, ਕਿਸੇ ਨਾਲ ਗੱਲ ਕਰਨ ਦੇ ਲਈ ਬਹੁਤ ਸੌਖਾ ਸਾਧਨ ਹੈ। ਬਿਲਕੁਲ, ਜਦੋਂ ਲੋਕਾਂ ਕੋਲ ਸਾਧਨ ਨਹੀਂ ਸੀ, ਉਹਨਾਂ ਦੀ ਸੋਚ ਕੰਮ ਕਰਦੀ ਸੀ, ਤੇ ਉਹ ਸੋਚ ਜੋ ਮਨੋਕਲਪਿਤ ਗਿਆਨ ਜਾਂ ਗੱਲਾਂ ਆਪਣੀ ਸੋਚ ਵਿੱਚ ਪਾ ਲੈਂਦੀ ਸੀ। ਜਿਵੇਂ ਰਾਤ ਨੂੰ ਸੌਣ ਲੱਗਿਆ ਫੁਰਨਾ ਪੈਦਾ ਕਰ ਲੈਣਾ ਕਿ ਮੈਂ ਉਸ ਸਥਾਨ ਤੇ ਜਾਵਾਂ, ਉੱਥੇ ਹੁਣ ਪਹੁੰਚਣ ਦਾ ਕੀ ਤਰੀਕਾ ਹੈ, ਖਿਆਲ ਆਇਆ ਉੱਡਣ ਦਾ। ਇਸ ਤਰੀਕੇ ਕਈ ਦ੍ਰਿਸ਼ ਅਲੱਗ-ਅਲੱਗ ਰੂਪਾਂ ਦੇ ਮਨ ਦੇ ਵਹਿਮ ਵਿੱਚੋਂ, ਅਗਿਆਨਤਾ ਦੀ ਸੋਚ ਵਿੱਚੋਂ ਪੈਦਾ ਹੋਏ, ਜਿਹਨੂੰ ਸਵੇਰੇ ਉੱਠ ਕੇ ਮਨੁੱਖ ਨੇ ਭੂਤ ਦੀ ਪਰਿਭਾਸ਼ਾ ਦੇ ਦਿੱਤੀ ਕਿ ਅਸਲ ਵਿੱਚ ਇਹ ਭੂਤ ਹੁੰਦੇ ਨੇ। ਇੱਕ ਭਟਕੀ ਹੋਈ ਖਿਆਲ ਦੇ ਵਿੱਚੋਂ ਪੈਦਾ ਹੋਏ ਖਿਆਲ ਨੂੰ, ਪੈਦਾ ਹੋਏ ਫੁਰਨੇ ਨੂੰ ਅਸੀਂ ਭੂਤ ਕਹਿ ਸਕਦੇ ਹਾਂ। ਬਿਲਕੁਲ, ਇੱਕ ਦ੍ਰਿਸ਼ ਰੂਪ ਵਿੱਚ ਨਹੀਂ, ਦ੍ਰਿਸ਼ ਰੂਪ ਵਿੱਚ ਹੈ ਉਹ ਭੂਤ ਹੈ ਜਿਹੜਾ ਗਿਆਨ ਤੋਂ, ਗਿਆਨ ਦੀਆਂ ਗੱਲਾਂ ਨੂੰ ਦੂਰ ਕਰਕੇ ਜਿਉਣ ਵਾਲਾ ਮਨੁੱਖ ਹੈ, ਉਹਨੂੰ ਅਸੀਂ ਭੂਤ ਕਵਾਂਗੇ। ਤੋਂ ਜਿਹੜਾ ਭੂਤ ਸ਼ਬਦ ਹੈ, ਆਮ ਕਰਕੇ ਮਨੁੱਖ ਹੁਣ ਜਿਹੜੇ ਪਾਸੇ ਵੱਲ ਮਨੁੱਖ ਤੁਰ ਪੈਂਦੇ ਨੇ, ਕੁਝ ਕੁ ਲੋਕ ਤੇ ਇੰਜ ਸੋਚਦੇ ਨੇ ਕਿ ਮਨੁੱਖ ਨੂੰ ਕਿਸ ਤਰੀਕੇ ਲੁੱਟਿਆ ਜਾਵੇ। ਬਿਲਕੁਲ, ਫਿਰ ਉਹਨਾਂ ਨੇ ਕਈ ਪ੍ਰਕਾਰ ਦੇ, ਕਈ ਤਰੀਕਿਆਂ ਦੇ ਆਪਣੇ ਡੇਰੇ ਵੀ ਖੋਲ੍ਹ ਲਏ। ਸੰਗਤਾਂ ਨੂੰ ਵੀ ਮੈਂ ਜਾਣਕਾਰੀ ਦੇਣੀ ਚਾਹਾਂਗਾ, ਵਡਭਾਗ ਸਿਉ ਜਿਹੜਾ ਭੂਤਾਂ ਪ੍ਰੇਤਾਂ ਨੂੰ ਕੱਢਣ ਦਾ ਮੁਖੀਆ ਮੰਨਿਆ ਜਾਂਦਾ ਹੈ ਜੀ, ਉਹਦੇ ਨਾਲ ਸਾਡੀ ਕੋਈ ਸਾਂਝ ਨਹੀਂ। ਇਤਿਹਾਸ ਪੜ੍ਹ ਲਈਏ, ਧੀਰ ਮਲੀਆ, ਇਹਨਾਂ ਦੇ ਨਾਲ ਤੇ ਸਾਡੇ ਬਿਲਕੁਲ ਨਹੀਂ, ਤੇ ਧੀਰ ਮਲੀਆਂ ਦੇ ਵਿੱਚੋਂ ਹੀ ਅੱਗੇ ਵਡਭਾਗ ਸਿਉ ਹੋਇਆ ਜੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਜਦੋਂ ਜਹਾਨ ਖਾਨ ਆਪਣੀ ਫੌਜ ਲੈ ਕੇ ਆਇਆ ਤੇ ਵਡਭਾਗ ਸਿਉ ਉਸ ਸਮੇਂ ਲੁਕਣ ਦਾ ਯਤਨ ਕਰਦਾ ਹੈ ਜੀ। ਦੌੜਿਆ, ਉਹ ਹੁਸ਼ਿਆਰਪੁਰ ਦੇ ਇੱਕ ਇਲਾਕੇ ਵਿੱਚ ਪਹੁੰਚਿਆ। ਉੱਥੇ ਜ਼ਿਕਰ ਆਇਆ ਕਿ ਆਜੜੀ ਕੁਝ ਕੁ ਮੱਝਾਂ ਗਾਵਾਂ ਬੱਕਰੀਆਂ ਤੇ ਚਾਰ ਰਹੇ ਸੀਗੇ ਜੀ, ਤੇ ਇਹ ਇੱਕ ਸੁਨਸਾਨ ਜੰਗਲ ਜਿਹਦੇ ਵਿੱਚ ਲੁਕ ਕੇ ਬੈਠ ਗਿਆ, ਦਰਖਤ ਦੇ ਉਹਲੇ ਬੈਠ ਗਿਆ ਕਿ ਮੈਨੂੰ ਕੋਈ ਜਹਾਨ ਖਾਨ ਦੀ ਫੌਜ ਫੜ ਨਾ ਸਕੇ। ਤੇ ਉਸ ਸਮੇਂ ਉਹਨਾਂ ਆਜੜੀ ਲੋਕਾਂ ਨੇ ਕਿਹਾ ਕਿ ਭਾਈ ਤੂੰ ਇੱਥੇ ਨਾ ਲੁਕ, ਇੱਥੇ ਆਮ ਕਰਕੇ ਮੰਨਿਆ ਜਾਂਦਾ ਭੂਤਾਂ ਪ੍ਰੇਤਾਂ ਦਾ ਇੱਥੇ ਸਾਇਆ ਏ ਜੀ। ਹੁਣ ਲੋਕ ਉਹ ਪਛੜੇ ਹੋਈ ਸੋਚ ਦੇ ਲੋਕ ਸਨ, ਉਹਨਾਂ ਕੋਲ ਕੋਈ ਗਿਆਨ ਦਾ ਬਹੁਤਾ ਸੋਰਸ ਦਾ ਸਾਧਨ ਤਰੀਕਾ ਨਹੀਂ ਸੀ। ਆਮ ਉਹ ਜਿਹੜੇ ਪਿੰਡਾਂ ਵਿੱਚ ਪ੍ਰਚਲਿਤ ਗੱਲ ਸੀ ਕਿ ਦਰਖਤ ਥੱਲੇ ਭੂਤ ਵੱਸਦਾ, ਤੇ ਉਹ ਗੱਲ ਉਹਨਾਂ ਨੇ ਵਡਭਾਗ ਸਿਉ ਨੂੰ ਕਹਿ ਦਿੱਤੀ। ਵਡਭਾਗ ਸਿਉ ਇਸ ਗੱਲ ਦਾ ਜਾਣੂ ਸੀ ਕਿ ਭੂਤ ਪ੍ਰੇਤ ਕੋਈ ਹੁੰਦਾ ਹੀ ਕੋਈ ਨਹੀਂ। ਬਿਲਕੁਲ, ਤੇ ਉਹਨੇ ਕਿਹਾ ਕਿ ਜੇ ਮੈਂ ਲੁਕਣਾ ਹੀ ਆ ਤੇ ਇਸੇ ਦਰਖਤ ਥੱਲੇ ਲੁਕਾਂਗਾ, ਕਿਉਂਕਿ ਇੱਥੇ ਕਿਸੇ ਨੇ ਚੈੱਕ ਕਰਨੀ ਨਹੀਂ ਆਣਾ, ਕਿਉਂਕਿ ਇੱਥੇ ਕੋਈ ਭੂਤ ਪ੍ਰੇਤਾਂ ਦਾ ਸਾਰਾ ਮੰਨਦੇ ਨੇ, ਇੱਥੇ ਕਿਸੇ ਨੇ ਵੇਖਣ ਹੀ ਨਹੀਂ ਆਣਾ। ਉਹ ਕੁਝ ਸਮਾਂ ਉੱਥੇ ਲੁਕਿਆ ਰਿਹਾ। ਪਿੰਡ ਦੇ ਲੋਕਾਂ ਨੇ ਰੋਲਾ ਪਾ ਦਿੱਤਾ ਕਿ ਇਹ ਉਹ ਸ਼ਖਸੀਅਤ ਆ, ਇਹ ਉਹ ਮਨੁੱਖ ਹੈ ਜਿਹਨੂੰ ਭੂਤ ਪ੍ਰੇਤ ਚਿੰਬੜਦੇ ਕੋਈ ਨਹੀਂ, ਅਸਲ ਵਿੱਚ ਭੂਤ ਪ੍ਰੇਤ ਕੋਈ ਹੁੰਦੇ ਹੀ ਨਹੀਂ। ਉੱਥੋਂ ਉਹਦਾ ਜਿਹੜਾ ਨਾਮ ਆ ਫੇਮਸ ਹੋ ਗਿਆ, ਭੂਤਾਂ ਪ੍ਰੇਤਾਂ ਨੂੰ ਕੱਢਣ ਵਾਲਾ। ਕਈ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਪਰ ਵਡਭਾਗ ਸਿਉ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਭੂਤਾਂ ਪ੍ਰੇਤਾਂ ਨੂੰ ਕੱਢਣ ਵਾਲਾ ਹੈ। ਤੇ ਭੁੱਲੜੇ ਲੋਕ ਕੀ ਕਰਦੇ ਨੇ, ਉੱਥੇ ਇਹੋ ਜਿਹਾ ਸਿਮਰਨ ਕਰਾਇਆ ਜਾਂਦਾ ਹੈ, ਕਹਿੰਦੇ ਨੇ ਕਿ ਜਿਹੜਾ ਦਸਤਾਰਾਂ ਨੂੰ ਹਿਲਾਏਗਾ, ਕੇਸ਼ਾਂ ਨੂੰ ਖੰਡਾਏਗਾ, ਅੰਦਰ ਇੱਕ ਇਹੋ ਜਿਹੀ ਪਾਵਰ ਪੈਦਾ ਕਰੇਗਾ, ਝਟਕੇ ਖਾਏਗਾ, ਉੱਚੀ ਉੱਚੀ ਵਾਹਿਗੁਰੂ ਦੇ ਕਈ ਰੂਪ, ਕਈ ਆਵਾਜ਼ਾਂ ਕੱਢੇਗਾ। ਉਧਰਲੇ ਪਾਸੇ ਉਹਨਾਂ ਨੇ ਨਗਾਰਾ ਵੀ ਰੱਖਿਆ ਹੁੰਦਾ, ਕਿਤੇ ਧੂਤਨੀ ਵੀ ਵਜਾਉਂਦੇ ਨੇ, ਉੱਚੀ ਉੱਚੀ ਕੂਕਦੇ ਵੀ ਨੇ, ਵਲਾਰਾਂ ਨੂੰ ਖਾ ਕੇ ਆਖਦੇ ਨੇ ਵੀ ਅਸੀਂ ਭੂਤ ਕੱਢ ਦਿੱਤੇ।
ਇਹ ਤਰੀਕਾ ਗੁਰੂ ਸਾਹਿਬ ਜੀ ਨੇ ਨਹੀਂ ਦਿੱਤਾ, ਨਾ ਹੀ ਕਿਸੇ ਪ੍ਰਕਾਰ ਦੇ ਭੂਤ ਨੇ। ਤੋਂ ਸਾਡਾ ਜਿਹੜਾ ਵਡਭਾਗ ਸਿਓ ਧੀਰ ਮਲੀਏ ਦੇ ਵਿੱਚੋਂ ਹੋਇਆ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਅਸੀਂ ਉਹਨਾਂ ਨਾਲ ਨਹੀਂ ਜੁੜਨਾ। ਤੋ ਜਿਹੜਾ ਭੂਤ ਵਾਲਾ ਸ਼ਬਦ ਹੈ ਇਹ ਸਾਨੂੰ ਗੁਰਬਾਣੀ ਦੇ ਵਿੱਚੋਂ ਸਟੱਡੀ ਕਰਕੇ ਅਰਥ ਸਮਝਣੇ ਚਾਹੀਦੇ। ਬਿਲਕੁਲ। ਸੋ ਕਹਿ ਸਕਦੇ ਹਾਂ ਕਿ ਜਿਹੜੇ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਫੈਲਾਉਣ ਵਾਲੇ, ਜਿਹੜਾ ਇਹਨਾਂ ਦਾ ਪ੍ਰਚਾਰ ਕਰਨ ਵਾਲੇ ਲੋਕ ਨੇ, ਉਹ ਬਿਲਕੁਲ ਹੀ ਵਿਹਲੜ ਕਿਸਮ ਦੇ ਜਾਂ ਕਹਿ ਲਈਏ ਲਾਲਚੀ ਕਿਸਮ ਦੇ ਲੋਕ ਹੁੰਦੇ ਨੇ। ਔਰ ਇਹ ਸਮਾਜ ਦੇ ਵਿੱਚ ਜਾਂ ਕਹਿ ਲਈਏ ਕਿ ਹਰ ਘਰ ਦੇ ਵਿੱਚ ਇਹੋ ਜਿਹੇ ਲੋਕ ਅਸੀਂ ਦੇਖ ਸਕਦੇ ਹਾਂ। ਜਿਸ ਤਰ੍ਹਾਂ ਭੂਤਾਂ ਪ੍ਰੇਤਾਂ ਵਿੱਚ ਯਕੀਨ ਕਿਵੇਂ ਦਿਵਾਇਆ ਜਾਂਦਾ, ਰਾਤ ਨੂੰ ਕਿਸੇ ਦੇ ਘਰ ਦੇ ਵਿੱਚ ਰੋੜੇ ਸੁੱਟ ਦੇਣੇ, ਕਿਸੇ ਦੇ ਘਰ ਦੇ ਅੱਗੇ ਕੁਝ ਹੋਰ ਸੁੱਟ ਦੇਣਾ, ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਜਿਹੜੀਆਂ ਗੱਲਾਂ ਨੇ, ਕਾਰਵਾਈਆਂ ਨੇ, ਐਕਟੀਵਿਟੀਜ਼ ਨੇ, ਉਹ ਕੀਤੀਆਂ ਜਾਂਦੀਆਂ ਨੇ ਕਿ ਲੋਕ ਇਹਨਾਂ ਤੇ ਵਿਸ਼ਵਾਸ ਕਰ ਲੈਣ। ਤੇ ਫਿਰ ਇਹ ਜਿਹੜੇ ਲੋਕ ਬਹੁਤ ਸਾਰੇ ਉਪਾਅ ਕਰਦੇ ਨੇ ਕਿ ਸਿਆਣਿਆਂ ਕੋਲੇ ਜਾਣਾ ਹੈ, ਜਿਹੜੀਆਂ ਉਹ ਘਰ ਦੀਆਂ ਲੇਡੀਜ਼ ਨੇ ਉਹ ਜਾਂਦੀਆਂ ਨੇ। ਤੇ ਫਿਰ ਇਹ ਉਪਾਵਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਟਾਈਮ ਵੇਸਟ ਕਰਦਾ ਇਨਸਾਨ ਜ਼ਿੰਦਗੀ ਦਾ ਬਹੁਤ ਵੱਡਾ। ਕੀ ਇਹਨਾਂ ਉਪਾਵਾਂ ਨਾਲ ਕੋਈ ਫਾਇਦਾ ਹੁੰਦਾ ਹੈ? ਬਿਲਕੁਲ ਫਾਇਦਾ ਨਹੀਂ ਜੀ, ਇਹ ਬਿਲਕੁਲ ਟਾਈਮ ਵੇਸਟ ਹੀ ਹੈ। ਜਿਵੇਂ ਅਸੀਂ ਕਹਿ ਸਕਦੇ ਹਾਂ ਪਿੰਡਾਂ ਵਿੱਚ ਪ੍ਰਚਲਿਤ ਗੱਲ ਹੈ ਟੂਣਾ। ਬਿਲਕੁਲ। ਫਲਾਣੇ ਨੇ ਕਿਸੇ ਬੱਚੇ ਨੂੰ ਕੋਈ ਵੈਸੇ ਕੋਈ ਰੋਗ ਹੋਵੇ ਜਾਂ ਉਹਦੇ ਵੈਸੇ ਤਕਲੀਫ ਹੋਵੇ, ਉਹ ਆਪਣੀ ਤਕਲੀਫ ਨੂੰ ਦੱਸ ਨਹੀਂ ਸਕਦਾ, ਉਹ ਥੋੜੀ ਜਿਹੀ ਕਿਰਕਲੀ ਮਾਰ ਕੇ ਰੋਂਦਾ ਏ ਤੇ ਅਸੀਂ ਝੱਟ ਹੀ ਕਹਿ ਦਿੰਦੇ ਆ ਕਿ ਇਹਦੇ ਤੇ ਕਿਸੇ ਨੇ ਕੁਝ ਕਰਤਾ, ਇਹਨੂੰ ਨਜ਼ਰ ਲੱਗ ਗਈ। ਫਿਰ ਅਸੀਂ ਕਾਲਾ ਟੀਕਾ ਲਾ ਦਿੰਦੇ ਆ ਤੇ ਹੱਥ ਦੇ ਉੱਤੇ ਕਦੇ ਖੰਭਣੀ ਬੰਨ੍ਹ ਦਿੰਦੇ ਆ। ਇਹ ਗੁਰਮਤ ਨਹੀਂ, ਇਹ ਤੇ ਸਾਡੇ ਮਨਾਂ ਵਿੱਚ ਲੁੱਟਣ ਵਾਲੇ ਲੋਕਾਂ ਨੇ ਵਹਿਮ ਪਾ ਦਿੱਤਾ। ਹੁਣ ਜਿਵੇਂ ਟੂਣਾ ਸ਼ਬਦ ਹੈ ਕਿ ਕਿਸੇ ਨੂੰ ਟੱਪ ਗਿਆ ਹੋਏਗਾ, ਅਸਲ ਟੂਣੇ ਦੀ ਜਿਹੜੀ ਹਿਸਟਰੀ ਆ ਉਹਨੂੰ ਅਸੀਂ ਗਲਤ ਰੂਪ ਵਿੱਚ ਅੱਜ ਲੈ ਲਿਆ ਜਾਂ ਨਾਮ ਟੂਣਾ ਪਾ ਦਿੱਤਾ। ਪੁਰਾਣੇ ਟਾਈਮ ਵਿੱਚ ਵੈਦ ਆਦਿ ਘੱਟ ਹੁੰਦੇ ਸੀ। ਕਿਸੇ ਇਲਾਕੇ ਵਿੱਚ ਕੋਈ ਰੋਗੀ ਆ, ਉਸ ਰੋਗੀ ਦੇ ਘਰ ਦੀ ਪੁਕਾਰ ਵੈਦ ਤੱਕ ਪਹੁੰਚਾਉਣ ਦੇ ਲਈ ਇੱਕ ਸਾਧਨ ਸੀਗਾ ਵੀ ਕਿਸੇ ਚੌਂਕ ਦੇ ਵਿੱਚ ਕੋਈ ਕੱਪੜਾ ਰੱਖਿਆ ਜਾਏ ਨਿਸ਼ਾਨੀ ਦੇ ਤੌਰ ਤੇ। ਜੇਕਰ ਵਾਈਟ ਕੱਪੜਾ ਵੱਡਾ ਰੱਖਿਆ ਜਾਂਦਾ ਸੀ ਤੇ ਅੰਦਾਜ਼ਾ ਲਾਏ ਜਾਂਦੇ ਸੀ ਬਜ਼ੁਰਗ ਬਿਮਾਰ ਆ। ਜੇਕਰ ਕੋਈ ਲਾਲ ਰੰਗ ਦੇ ਗੂੜੇ ਰੰਗ ਦਾ ਕੱਪੜਾ ਰੱਖਿਆ ਜਾਂਦਾ ਸੀ ਤੇ ਫਿਰ ਇਹ ਗੱਲ ਕਹੀ ਜਾਂਦੀ ਸੀ ਕਿ ਇੱਥੇ ਕੋਈ ਨੌਜਵਾਨ ਬਿਮਾਰ ਆ, ਕੋਈ ਬੱਚਾ ਬਿਮਾਰ। ਇਸ ਤਰੀਕੇ ਕੋਈ ਇੱਕ ਖਿਆਲ ਪੈਦਾ ਕਰਕੇ ਲੋਕਾਂ ਤੱਕ, ਵੈਦ ਤੱਕ, ਡਾਕਟਰ ਤੱਕ ਗੱਲ ਪਹੁੰਚਾਉਣ ਦੇ ਲਈ ਇੱਕ ਸਾਧਨ ਵਰਤਿਆ ਜਾਂਦਾ ਸੀ ਚੌਂਕ ਦੇ ਵਿੱਚ। ਤੇ ਅਸੀਂ ਕੀ ਕਹਿਤਾ ਕਿ ਜਿਹੜਾ ਇਹਨੂੰ ਟੱਪੇਗਾ ਤੇ ਉਹ ਬਿਮਾਰ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਬੜਾ ਸੁੰਦਰ ਫੈਸਲਾ ਦੇ ਦਿੱਤਾ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਵੀ ਹੇ ਭਰਾ, ਹੇ ਮੀਤ, ਤੈਨੂੰ ਜ਼ਿੰਦਗੀ 'ਚ ਦੁੱਖ ਲੱਗ ਹੀ ਨਹੀਂ ਸਕਦਾ। ਪਹਿਲਾ ਕੰਮ ਤੂੰ ਕੀ ਕਰਨਾ ਏ, ਦੂਜਿਆਂ ਦਾ ਬੁਰਾ ਨਹੀਂ ਚਿਤਵਣਾ। ਤੇ ਜਿਹੜੇ ਟੂਣਾ ਕਰਕੇ ਦੂਜਿਆਂ ਦੇ ਘਰ ਵਿੱਚ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਹਾਲਾਂਕਿ ਉਹਨਾਂ ਦੇ ਯਤਨ ਦੇ ਨਾਲ ਇਹ ਉਦਮ ਦੇ ਨਾਲ ਹੋ ਨਹੀਂ ਸਕਦਾ, ਪਰ ਸੋਚ ਕਰਕੇ ਕਰ ਰਹੇ ਨੇ, ਉਹਦੇ ਨਾਲ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਣੀ। ਇਹ ਸਾਰੇ ਟਾਈਮ ਵੇਸਟ ਵਾਲੀਆਂ ਗੱਲਾਂ ਨੇ। ਗੁਰਬਾਣੀ ਨੂੰ ਪੜ੍ਹਨ ਵਿੱਚ ਅਸੀਂ ਸਮਾਂ ਨਹੀਂ ਲਾਉਂਦੇ। ਫੋਕੀਆਂ ਜੀਆਂ ਗੱਲਾਂ ਜਿਹੜੀ ਕਿਸੇ ਨੇ ਕਹਿ ਦਿੱਤੀ ਉਹ ਝੱਟ ਮੰਨ ਲੈਂਦੇ ਆ। ਤੋ ਇਹ ਸਾਰੇ ਵਹਿਮ ਭਰਮ ਹਨ ਜੀ। ਜੀ ਜੀ, ਬਿਲਕੁਲ ਬਿਲਕੁਲ। ਔਰ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਨੇ, ਜਿਸ ਤਰ੍ਹਾਂ ਕਹਿ ਲਈਏ ਕਿ ਗੁਰਬਾਣੀ ਨੂੰ ਅਸੀਂ ਪੜ੍ਹਦੇ ਨਹੀਂ। ਔਰ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਜਿਹੜੇ ਸਿੱਖ ਨੇ ਗੁਰਬਾਣੀ ਦਾ ਪਾਠ ਵੀ ਕਰਦੇ ਨੇ, ਕਿਤੇ ਨਾ ਕਿਤੇ ਇਹ ਵੀ ਦੇਖਣ ਵਿੱਚ ਆਇਆ ਕਿ ਉਹਨਾਂ ਨੇ ਅੰਮ੍ਰਿਤਪਾਨ ਵੀ ਕੀਤਾ ਹੁੰਦਾ ਹੈ, ਫਿਰ ਵੀ ਉਹ ਇਹਨਾਂ ਗੱਲਾਂ ਦੇ ਵਿੱਚ ਯਕੀਨ ਕਰਦੇ ਨੇ। ਕਹਿਣਗੇ ਕਿ ਅਸੀਂ ਰੂਹਾਂ ਦੇਖੀਆਂ ਨੇ। ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬੜੇ ਲੋਕ ਨੇ ਜਿਹੜੇ ਕਹਿਣਗੇ ਮੈਂ ਭੂਤਨੀ ਵੇਖੀ, ਮੈਂ ਚੁੜੇਲ ਵੇਖੀ, ਤੇ ਜਾਂ ਹੋਰ ਵੀ ਬੜਾ ਕੁਛ ਹੁੰਦਾ ਕਿ ਦੁਪਹਿਰ ਨੂੰ ਅਸੀਂ ਘਰੋਂ ਬਾਹਰ ਨਿਕਲਾਂਗੇ, ਆਹ ਚੀਜ਼ ਖਾ ਕੇ ਤਾਂ ਸਾਨੂੰ ਭੂਤ ਚਿੰਬੜ ਜਾਏਗਾ। ਤਾਂ ਇਹਨਾਂ ਚੀਜ਼ਾਂ ਤੋਂ ਕਿਵੇਂ ਬਚਾਇਆ ਜਾ ਸਕਦਾ? ਠੀਕ ਹੈ ਜੀ। ਆਮ ਛੋਟੇ ਬੱਚੇ ਨੂੰ ਸਹੀ ਥਾਂ ਤੇ ਜੋੜਨ ਦੇ ਲਈ ਘਰਦਿਆਂ ਵੱਲੋਂ ਕੁਝ ਕੁ ਸ਼ਬਦ ਯੂਜ਼ ਕੀਤੇ ਜਾਂਦੇ ਸੀਗੇ, ਜਿਵੇਂ ਕਿਸੇ ਚੀਜ਼ ਤੋਂ ਵੀ ਤੂੰ ਉਧਰ ਨਹੀਂ ਜਾਣਾ, ਉਧਰ ਕੋਈ ਬਾਊ ਆ ਜਾਏਗਾ ਜਾਂ ਕੋਈ ਚੀਜ਼ ਆ ਜਾਏਗੀ। ਅਸਲ ਵਿੱਚ ਉਹ ਬਾਊ ਸ਼ਬਦ ਜਾਂ ਕੋਈ ਚੀਜ਼ ਹੋਰ ਵਰਡ ਯੂਜ਼ ਕੀਤਾ ਜਾਂਦਾ ਸੀ, ਹੁੰਦਾ ਤੇ ਕੁਝ ਨਹੀਂ ਸੀ। ਬੱਚੇ ਨੂੰ ਇੱਕ ਡਰਾਉਣ ਦਾ ਤਰੀਕਾ ਸੀਗਾ, ਬਿਲਕੁਲ, ਵੀ ਉਹ ਗਲਤ ਕੰਮ ਵਾਲੇ ਪਾਸੇ ਨਾ ਜਾਏ। ਉਸ ਬੱਚੇ ਦੀ ਸੋਚ ਵਿੱਚ ਉਹ ਸ਼ਬਦ, ਉਹ ਅੱਖਰ ਪਰੋਇਆ ਗਿਆ ਜੀ। ਉਹ ਵੱਡਾ ਵੱਡਾ ਹੋਇਆ, ਉਹ ਉਸ ਨੂੰ ਨਾ ਕੱਢ ਸਕਿਆ ਤੇ ਉਹਦੀ ਸੋਚ ਵਿੱਚ ਇੱਕ ਵਹਿਮ ਭਰ ਗਿਆ। ਤੇ ਅਖੌਤੀ ਲੁੱਟਣ ਵਾਲਿਆਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ। ਕਿਸੇ ਨੇ ਕਹਿ ਦਿੱਤਾ ਕਿ ਤੁਸੀਂ ਸਟੋਨ ਪਾਓ, ਨੀਲੇ ਰੰਗ ਦਾ ਤੁਸੀਂ ਉਂਗਲ ਵਿੱਚ ਨੱਗ ਪਾਓ ਜੀ, ਜੇ ਤੁਸੀਂ ਇਹ ਦਿਨ ਇਹ ਰੰਗ ਦਾ ਨੱਗ ਪਾਓਗੇ ਤੇ ਤੁਹਾਡੇ ਉੱਤੇ ਭੂਤਾਂ ਪ੍ਰੇਤਾਂ ਦਾ ਸਾਇਆ ਨਹੀਂ ਹੋਏਗਾ। ਅਸੀਂ ਫਿਰ ਉਧਰ ਵਾਲੇ ਪਾਸੇ ਨੂੰ ਚੱਲ ਗਏ, ਕਿਉਂਕਿ ਜਦੋਂ ਸਾਡੇ ਕੋਲ ਅੰਦਰ ਡਰ ਹੋਏਗਾ ਤੇ ਅਸੀਂ ਝਾਟੀ ਭਰਮ ਕਰ ਲਵਾਂਗੇ ਜੀ ਜੀ, ਝਾਟੀ ਭਰਮ ਕਰ ਲਵਾਂਗੇ। ਅਸੀਂ ਇਤਿਹਾਸ ਪੜ੍ਹੀਏ, ਗੁਰੂ ਸਾਹਿਬ ਜੀ ਨੂੰ ਡਰ ਵਿੱਚ ਲਿਆਉਣ ਵਾਲੇ ਬੜੇ ਲੋਕ ਆਏ। ਬਿਲਕੁਲ, ਗੁਰੂ ਅਰਜਨ ਸਾਹਿਬ, ਤੁਹਾਡੇ ਘਰ ਪੁੱਤਰ ਹੋਏ ਨੇ ਹਰਗੋਬਿੰਦ ਰਾਏ ਜੀ, ਗੁਰੂ ਹਰਗੋਬਿੰਦ ਸਾਹਿਬ ਜੀ,
ਤੇ ਇਹਨਾਂ ਨੂੰ ਸਰੀਰ ਦਾ ਰੋਗ ਲੱਗ ਗਿਆ, ਚੇਚਕ ਰੋਗ ਲੱਗ ਗਿਆ, ਜਿਹਨੂੰ ਚਿਕਨ ਪੌਕਸ ਜੋ ਕਿ ਸਮੇਂ ਵਿੱਚ ਕਿਹਾ ਜਾਂਦਾ ਹੈ। ਤੇ ਇਹਨਾਂ ਦੇ ਰੋਗ ਦੀ ਰਾਹਤ ਦੇ ਲਈ ਤੁਸੀਂ ਇਹ ਉਪਰਾਲਾ ਕਰੋ। ਕਈ ਉਪਰਾਲੇ ਲੋਕਾਂ ਨੇ ਦੱਸੇ, ਪਰ ਗੁਰੂ ਸਾਹਿਬ ਜੀ ਨੇ ਇੱਕ ਵੀ ਉਹਨਾਂ ਉਪਰਾਲਿਆਂ ਨੂੰ ਨਹੀਂ ਮੰਨਿਆ। ਉਹਨਾਂ ਨੂੰ ਸਤਿਕਾਰ ਨਾਲ ਬਿਠਾਇਆ, ਗੁਰਮਤਿ ਦੀ ਵਿਚਾਰ ਦਿੱਤੀ, ਸਗੋਂ ਉਹਨਾਂ ਦਾ ਵਹਿਮ ਤੇ ਸਤਿਗੁਰੂ ਨੇ ਕੱਢਿਆ, ਪਰ ਉਹਨਾਂ ਦੀ ਗੱਲ ਨੂੰ ਨਹੀਂ ਮੰਨਿਆ। ਕਹਿਣ ਲੱਗੇ ਨਹੀਂ, ਇਹ ਤੁਸੀਂ ਪਖੰਡ ਵਿੱਚ ਪੈ ਗਏ, ਗਿਆਨ ਨੂੰ ਪੜ੍ਹੋ, ਗੁਰਬਾਣੀ ਦੀ ਸਟੱਡੀ ਕਰੋ। ਕਿਤੇ ਇਹ ਗੱਲਾਂ ਨਹੀਂ ਲਿਖੀਆਂ ਕਿ ਭੂਤ ਪ੍ਰੇਤ ਨੂੰ ਕੱਢਣ ਦੇ ਲਈ ਅਸੀਂ ਕਿਸੇ ਕੋਲ ਜਾਈਏ ਜਾਂ ਨਹੀਂ। ਇਹ ਬਿਲਕੁਲ ਵਿਚਾਰਾ ਨਹੀਂ। ਗੁਰੂ ਕੇ ਸਿੱਖ ਨੇ ਗੁਰਬਾਣੀ ਪੜ੍ਹਨੀ ਹੈ। ਜਿਵੇਂ ਅਸੀਂ ਕਬੀਰ ਸਾਹਿਬ ਜੀ ਦਾ ਸ਼ਲੋਕ ਤੇ ਪੜ੍ਹ ਚੁੱਕੇ ਹਾਂ ਕਿ ਜਾ ਕਰ ਸਾਧਨਾ ਸੇਵੀਏ। ਹੁਣ ਅਸੀਂ ਗੁਰਬਾਣੀ ਦਾ ਪਾਠ ਘਰ ਵਿੱਚ ਨਹੀਂ ਕਰਦੇ, ਗੁਰਬਾਣੀ ਦਾ ਪਾਠ ਘਰ ਵਿੱਚ ਨਹੀਂ ਕਰਦੇ। ਅਸੀਂ ਤੇ ਸੋਚ ਲਿਆ ਕਿ ਪਾਠ ਕਰਨ ਦੇ ਲਈ ਤੇ ਕੁਝ ਕੁ ਬੰਦੇ ਫਿਕਸ ਨੇ ਜੀ, ਅਸੀਂ ਉਹਨਾਂ ਕੋਲ ਚੱਲ ਜਾਂਦੇ ਹਾਂ ਕਿ ਅਸੀਂ ਪਾਠ ਦਾ ਇੱਕ ਯਤਨ ਕਰਨਾ ਹੈ। ਪਾਠ ਸਿੱਖਣ ਦੇ ਲਈ ਯਤਨ ਕੀਤਾ ਜਾਵੇ ਤੇ ਗੁਰਬਾਣੀ ਦਾ ਪਾਠ ਕਰਨਾ ਤੇ ਹਰ ਇੱਕ ਸਿੱਖ ਦੇ ਲਈ ਲਾਜ਼ਮੀ ਆ। ਸਾਡੀ ਕੌਮ ਤੇ ਇੱਧਰ ਵਾਲੇ ਪਾਸੇ ਨੂੰ ਬਹੁਤ ਤੁਰ ਪਈ ਕਿ ਪਾਠ ਦੀ ਜਿਹੜੀ ਬੁਕਿੰਗ ਹੈ ਕਿਸੇ ਪਵਿੱਤਰ ਅਸਥਾਨ ਦੇ ਉੱਤੇ ਕਰਾਣੀ। ਬਿਲਕੁਲ, ਖੁਦ ਪਾਠ ਨਹੀਂ ਕਰਨਾ ਤੇ ਕਹਿ ਦੇਣਾ ਜਿਵੇਂ ਹਰਮੰਦਰ ਸਾਹਿਬ, ਅੰਮ੍ਰਿਤਸਰ, ਹਜੂਰ ਸਾਹਿਬ, ਪੌਂਟਾ ਸਾਹਿਬ, ਇਹ ਸਥਾਨ ਕਈ ਸਥਾਨ ਨੇ ਵੀ ਉੱਥੇ ਤੇ ਜਗ੍ਹਾ ਤੇ ਕਰਾਇਆ ਹੋਇਆ ਪਾਠ ਪਵਿੱਤਰ ਹੁੰਦਾ ਹੈ। ਖੁਦ ਪਾਠ ਕਰਨਾ, ਇਹਦੇ ਪਾਸੇ ਜ਼ੋਰ ਨਹੀਂ ਲਾਇਆ। ਫਿਰ ਅਸੀਂ ਫੋਨ ਕਰਕੇ ਬੁਕਿੰਗਾਂ ਵੀ ਕਰਾਉਂਦੇ ਹਾਂ ਕਿ ਕਿਹੜੀ ਡੇਟ ਸਾਨੂੰ ਪ੍ਰਾਪਤ ਮਿਲੇਗੀ। ਕਈ ਸਥਾਨਾਂ ਦੀ ਐਡੀ ਵੱਡੀ ਬੁਕਿੰਗ ਚੱਲ ਪਈ ਹੈ, ਇੰਨੀ ਬੁਕਿੰਗ ਹੋ ਚੁੱਕੀ ਹੈ ਵੀ ਉਹ ਆਖਦੇ ਨੇ ਵੀ 2022 ਦੇ ਵਿੱਚ, 2021 ਦੇ ਵਿੱਚ ਤੁਹਾਡੀ ਵਾਰੀ ਆਏਗੀ। ਮਨੁੱਖ ਉਦੋਂ ਤੱਕ ਉਡੀਕ ਕਰਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹੀ ਹੁੰਦੀ, ਸਤਿਗੁਰੂ ਨੇ ਤੇ ਆਖਿਆ ਕਿ ਅਕਾਲ ਪੁਰਖ ਦੇ ਸਿਮਰਨ ਵਿੱਚ, ਚੰਗੀ ਗੱਲ ਨੂੰ ਧਾਰਨ ਕਰਨ ਵਿੱਚ ਸਮਾਂ ਨਾ ਲਾ, ਵੀ ਮਤ ਜਾਪੇ ਸਹਾਵੇ ਕੇ ਨਾ ਆਵੇ ਰਾਮ। ਤੇ ਅਸੀਂ ਜਿਹੜੇ 2022 ਤੱਕ ਉਡੀਕ ਕਰਦੇ ਹਾਂ। ਤੋ ਜਿਹੜੇ ਘਰ ਵਿੱਚ ਗੁਰਬਾਣੀ ਦਾ ਪਾਠ ਨਹੀਂ, ਕਲੇਸ਼ਾਂ ਦਾ ਵਾਸਾ ਏ, ਆਪਸੀ ਪਰਿਵਾਰ ਦੇ ਵਿੱਚ ਇੱਕ ਦੂਜੇ ਨਾਲ ਲੜਾਈ ਝਗੜਾ, ਇਹ ਸਾਰੇ ਹੀ ਅਸਲ ਵਿੱਚ ਉਹ ਮਨੁੱਖ ਦੀ ਸੋਚ ਵਿੱਚ ਭੂਤ ਵਸ ਰਹੇ ਨੇ, ਜਿਹੜੇ ਧਰਮ ਤੋਂ, ਗੁਰਬਾਣੀ ਤੋਂ ਟੁੱਟ ਚੁੱਕੇ ਨੇ। ਬਿਲਕੁਲ, ਨਾਲ ਹੀ ਨਾਲ ਭਾਈ ਸਾਹਿਬ ਇੱਥੇ ਜਿਸ ਤਰ੍ਹਾਂ ਗੁਰਬਾਣੀ ਦੀ ਸੁਖਮਨੀ ਸਾਹਿਬ ਦੀ ਤੁਸੀਂ ਗੱਲ ਕੀਤੀ ਸੀ, ਜੇ ਭੂਤ ਪ੍ਰੇਤ ਤੇ ਕੋਈ ਵਿਚਾਰ ਕਰਨ ਲੱਗ ਜੇ, ਕਿ ਸਮਝਾਉਣ ਲੱਗ ਜੇ ਕਿ ਗੁਰਬਾਣੀ ਪੜ੍ਹਨ ਵਾਲੇ ਬੰਦੇ ਨੂੰ ਕਿ ਹਾਂ ਭੂਤ ਪ੍ਰੇਤ ਤਾਂ ਕੁਝ ਵੀ ਨਹੀਂ, ਫਿਰ ਉਹ ਇੱਕ ਤੁਕ ਦੀ ਮਿਸਾਲ ਦਿੰਦੇ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਿ ਗੁਰੂ ਸਾਹਿਬ ਨੇ ਭੂਤ ਵਰਡ ਯੂਜ਼ ਕਰ ਲਿਆ ਕਿ ਗੁਰੂ ਸਾਹਿਬ ਵੀ ਭੂਤਾਂ ਨੂੰ ਮੰਨਦੇ ਸੀ। ਇਹਦਾ ਅਸਲ ਦੇ ਵਿੱਚ ਕੀ ਅਰਥ ਹੈ, ਇਹ ਵੀ ਸਮਝਾਉਣਾ ਬਹੁਤ ਜ਼ਰੂਰੀ ਹੈ ਜੀ। ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਇੱਕ ਹੁੰਦਾ ਹੈ ਗੁਰਬਾਣੀ ਦਾ ਪਾਠ ਕਰਨਾ ਜੀ, ਇੱਕ ਹੁੰਦਾ ਹੈ ਗੁਰਬਾਣੀ ਦੇ ਅਰਥ ਪੜ੍ਹਨੇ, ਇੱਕ ਹੁੰਦੇ ਨੇ ਭਾਵ ਅਰਥ। ਤੇ ਸਾਡੇ ਲਈ ਸਾਰੀਆਂ ਗੱਲਾਂ ਜ਼ਰੂਰੀ ਨੇ ਜੀ। ਪਾਠ ਕਰਾਂਗੇ, ਅਰਥ ਸਮਝ ਵਿੱਚ ਆਣਗੇ, ਅਰਥਾਂ ਤੋਂ ਬਾਅਦ ਭਾਵ ਅਰਥ ਸਮਝਣਾ ਵੀ ਜ਼ਰੂਰੀ ਹੈ। ਜਿਵੇਂ ਕਬੀਰ ਸਾਹਿਬ ਜੀ ਨੇ ਗੱਲ ਕਹੀ ਹੈ, ਕਬੀਰ ਸਾਹਿਬ ਜੀ ਆਖਦੇ ਨੇ ਕਿ ਐਸੋ ਅਚਰਜ ਦੇਖਿਓ ਕਬੀਰ ਜੀ, ਦਦ ਕੇ ਭੋਲੇ ਬਰੋਲੇ ਨੀਰ ਜੀ, ਹਰੀ ਅੰਗੂਰੀ ਗਧਾ ਚਰੈ। ਉਸ ਸ਼ਬਦ ਵਿੱਚ ਕਬੀਰ ਸਾਹਿਬ ਆਖਦੇ ਨੇ ਲੇਲੇ ਕੋ ਚੁੰਗੇ ਨਿਤ ਭੇੜ ਜੀ। ਹੁਣ ਲੇਲਾ ਤੇ ਭੇੜ ਨੂੰ ਚੁੰਗਦਾ, ਪਰ ਭੇੜ ਜਿਹੜੀ ਆ ਉਹ ਲੇਲੇ ਨੂੰ ਨਹੀਂ ਚੁੰਗਦੀ ਜੀ। ਹੁਣ ਕੋਈ ਇਹ ਪੰਕਤੀ ਫੜ ਕੇ ਕਹਿ ਦੇ ਕਿ ਗੁਰੂ ਸਾਹਿਬ ਦੀ ਬਾਣੀ ਗਲਤ ਆ, ਉੱਥੇ ਭਾਵ ਅਰਥ ਲੈਣੇ ਬੜੇ ਜ਼ਰੂਰੀ ਨੇ ਜੀ। ਹੁਣ ਕਈ ਕੋਟ ਭੂਤ ਸੂਕਰ ਮਿਰਗਾਚ, ਇਹ ਜਿਹੜੀ ਪੰਕਤੀ ਹੈ ਸੂਕਰ ਮਿਰਗਾਚ ਜੀ, ਇੱਥੇ ਜਿਹੜੀ ਕਬੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਗੱਲ ਕੀਤੀ ਸੁਖਮਨੀ ਸਾਹਿਬ ਵਿੱਚ, ਇੱਥੇ ਉਹੀ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਲੋਕ ਗਿਆਨ ਤੋਂ ਭਟਕੇ ਹੋਏ ਸਨ। ਨਾਲ ਸ਼ਬਦ ਵਰਤਿਆ ਸੂਕਰ, ਉਹਦਾ ਭਾਵ ਅਰਥ ਹੈ ਸੂਰ ਜੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਸੀਂ ਬਚਨ ਪੜ੍ਹੀਏ ਸਹਿਸਕ੍ਰਿਤੀ ਸ਼ਲੋਕ ਵਿੱਚ, ਉੱਥੇ ਆਖਿਆ ਗੁਰਮੰਤਰ ਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਨਾ। ਉੱਥੇ ਕਈ ਮਨੁੱਖਤਾ ਦੇ ਵਿੱਚ ਜਿਹੜੇ ਸੋਚ ਕਰਕੇ ਵਸਣ ਵਾਲੇ ਜੀਵ ਨੇ ਉਹਨਾਂ ਦੀ ਗੱਲ ਕੀਤੀ, ਕੂਕਰਾ ਸੂਕਰਾ ਗਰਦਪਾ ਸਰਪਨਾ ਕਾਕਾ ਤੁਲਖਲਾ ਜੀ ਜੀ। ਕਿ ਹੁਣ ਅਸੀਂ ਕਹੀਏ ਵੀ ਮਨੁੱਖ ਜਿਹੜਾ ਸੱਪ ਬਣ ਗਿਆ, ਮਨੁੱਖ ਜਿਹੜਾ ਕੁੱਤਾ ਬਣ ਗਿਆ, ਉਹ ਬਿਰਤੀ ਕਰਕੇ ਕੁੱਤਾ ਸੋਚ ਬਣ ਗਿਆ। ਗੁਰੂ ਸਾਹਿਬ ਜੀ ਨੇ ਤੇ ਆਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਕਰਕੇ ਤੇ ਮਨੁੱਖਾ ਪਰ ਅੰਦਰ ਪਸ਼ੂਆਂ ਵਰਗੀ। ਉਸ ਲਹਿਜੇ ਵਿੱਚ ਸਤਿਗੁਰੂ ਨੇ ਉਹ ਗੱਲ ਕੀਤੀ ਜੀ ਜੀ। ਬਿਲਕੁਲ ਬਿਲਕੁਲ। ਸੋ ਗੁਰਬਾਣੀ ਦੇ ਵਿੱਚੋਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਅਸੀਂ ਜੇ ਮਿਸਾਲ ਲੈ ਲਈਏ ਤਾਂ ਬਹੁਤ ਸਾਰੀਆਂ ਐਸੀਆਂ ਤੁਕਾਂ ਨੇ ਕਿ ਜਿਨ੍ਹਾਂ ਦੀ ਗੁਰੂ ਸਾਹਿਬ ਜਿਨ੍ਹਾਂ ਦੇ ਰਾਹੀਂ ਸਮਝਾਉਂਦੇ ਨੇ ਕਿ ਭੂਤ ਪ੍ਰੇਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਔਰ ਅਸਲ ਦੇ ਵਿੱਚ ਸੱਚ ਵੀ ਇਹੀ ਹੈ। ਅਗਰ ਅਸੀਂ ਹਿੰਮਤ ਕਰਕੇ, ਜਿਸ ਤਰ੍ਹਾਂ ਬਹੁਤ ਸਾਰੇ ਵਹਿਮ ਭਰਮ ਪਾਲੇ ਜਾਂਦੇ ਨੇ ਕਿ ਉਸ ਦਰਖਤ ਦੇ ਥੱਲੇ ਨਹੀਂ ਜਾਣਾ, ਉਸ ਬਿਲਡਿੰਗ ਦੇ ਵਿੱਚ ਨਹੀਂ ਜਾਣਾ, ਜਾਂ ਇਸ ਥਾਂ ਤੇ ਨਹੀਂ ਜਾਣਾ, ਇੱਥੇ ਟੂਣਾ ਟਾਮਣਾ, ਉੱਥੇ ਭੂਤ ਵਸਦੇ ਨੇ। ਇੱਕ ਵਾਰੀ ਹਿੰਮਤ ਕਰਕੇ ਜਾ ਕੇ ਦੇਖੀਏ, ਕੁਛ ਨਹੀਂ ਉੱਥੇ ਹੋਣਾ। ਔਰ
ਇਹ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਸਾਡੇ ਆਲੇ ਦੁਆਲੇ ਵੀ ਬੜਾ ਕੁਝ ਹੁੰਦਾ ਹੈ। ਲੋਕ ਕਹਿੰਦੇ ਨੇ ਜੀ ਇਸ ਇਨਸਾਨ ਦੇ ਵਿੱਚ ਭੂਤ ਆਉਂਦਾ ਹੈ, ਇਸ ਨੂੰ ਹੱਥ ਨਹੀਂ ਲਾਣਾ, ਇਹ ਹੋ ਜਾਏਗਾ। ਇੱਕ ਵਾਰੀ ਹਿੰਮਤ ਕਰਕੇ ਉਹਦੇ ਕੋਲ ਜਾ ਕੇ ਦੇਖੋ, ਉਸ ਥਾਂ ਤੇ ਜਾ ਕੇ ਦੇਖੋ ਜਿੱਥੇ ਲੋਕ ਕਹਿੰਦੇ ਨੇ ਕਿ ਇੱਥੇ ਭੂਤ ਵਸਦੇ ਨੇ। ਜਿਹੜਾ ਟੂਣਾ ਟਾਮਣ ਕੀਤਾ ਹੁੰਦਾ ਉਹਨੂੰ ਚੁੱਕ ਵੀ ਲਓਗੇ, ਕੁਝ ਨਹੀਂ ਹੋਣਾ। ਇਸ ਕਰਕੇ ਗੁਰਬਾਣੀ ਜੋ ਕਹਿੰਦੀ ਹੈ ਉਸ ਨੂੰ ਅਸੀਂ ਮੰਨੀਏ। ਫਾਲਤੂ ਵੇਲੜ ਆਲਸੀ ਲੋਕਾਂ ਦੇ ਕੰਮ ਨੇ, ਉਹ ਅਸੀਂ ਨਹੀਂ ਬਣਨਾ। ਇਹ ਸਭ ਲਈ, ਇਹ ਸਿਰਫ ਸਿੱਖਾਂ ਦੇ ਲਈ ਹੀ ਉਪਦੇਸ਼ ਨਹੀਂ, ਇਹ ਸਾਰੀ ਮਾਨਵਤਾ ਦੇ ਲਈ ਉਪਦੇਸ਼ ਹੈ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਾਲਤੂ ਗੱਲਾਂ ਤੇ ਟਾਈਮ ਵੇਸਟ ਨਾ ਕਰਕੇ ਅਸਲ ਜ਼ਿੰਦਗੀ ਨੂੰ ਸਮਝੀਏ ਤੇ ਇਸ ਜ਼ਿੰਦਗੀ ਨੂੰ ਲੇਖੇ ਲਾ ਕੇ ਜਾਈਏ। ਸੋ ਭਾਈ ਸਾਹਿਬ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਪਹੁੰਚਣ ਦੇ ਲਈ। ਹੁਣ ਵੇਲਾ ਹੋ ਚੁੱਕਿਆ ਅੱਜ ਦੀ ਕਥਾ ਸਰਵਣ ਕਰਨ ਦਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।